ਖਬਰਸਰ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਵਨਵੇ ਟੀਵੀ। ਇਸ ਵਕਤ ਅੰਧ ਵਿਸ਼ਵਾਸ ਦੀ ਅਗਰ ਗੱਲ ਕਰੀਏ ਨਾ ਤੇ ਅੰਧ ਵਿਸ਼ਵਾਸ ਤੇ ਅਖੌਤੀ ਸਾਧਾਂ ਨੇ ਉਹ ਕੁਛ ਕੀਤਾ ਹੋਇਆ ਆ ਕਿ ਉਹਨਾਂ ਦੇ ਕਾਰੇ ਸੁਣ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ਕਿ ਇਹ ਸਾਧ ਸਾਧੜੇ ਜਿਨ੍ਹਾਂ ਦੇ ਉੱਤੇ ਲੋਕ ਵਿਸ਼ਵਾਸ ਕਰਕੇ ਇਹਨਾਂ ਦੇ ਡੇਰਿਆਂ ਇਹਨਾਂ ਦੇ ਆਸ਼ਰਮਾਂ ਦੇ ਵਿੱਚ ਜਾਂਦੇ ਆ ਤੇ ਇਹ ਕਿਹੜੇ ਪਾਸੇ ਨੂੰ ਤੁਰ ਪਏ ਆ। ਜਦੋਂ ਕਿ ਆਸ਼ਰਮ ਜਿਹੜੇ ਇੱਕ ਸੀਰੀਅਲ ਵੀ ਬਣਿਆ ਸੀ ਬੌਬੀ ਦਿਓਲ ਹੋਣਾ ਦਾ, ਉਹਦੇ ਵਿੱਚ ਦੇਖਦੇ ਆ ਜੋ ਕਰਤੂਤਾਂ ਦਿਖਾਈਆਂ ਗਈਆਂ ਉਹ ਰੀਅਲ ਦੇ ਵਿੱਚ ਬਹੁਤ ਸਾਰੇ ਆਸ਼ਰਮਾਂ ਦੇ ਵਿੱਚ ਹੋਈਆਂ ਆ ਤਾਂ ਉਹ ਦਿਖਾਈਆਂ ਗਈਆਂ ਨੇ। ਹੁਣ ਵੀ ਇੱਕ ਅਜਿਹਾ ਕਾਂਡ ਹੋਇਆ ਤਾਂ ਲਗਾਤਾਰ ਜਿਹੜੀ ਚਰਚਾ ਆ ਉਹ ਦੇਸ਼ ਭਰ ਦੇ ਵਿੱਚ ਹੋ ਰਹੀ ਹੈ ਕਿ ਲੋਕ ਅੰਧ ਵਿਸ਼ਵਾਸ ਦੇ ਖਿਲਾਫ ਕਦੋਂ ਉੱਠਣਗੇ। ਅੰਧ ਵਿਸ਼ਵਾਸ ਤੇ ਖੌਤੀ ਜਿਹੜੇ ਸਾਧ ਨੇ ਨਾ ਉਹਨਾਂ ਨੇ ਉਹ ਕੁਛ ਕੀਤਾ ਹੋਇਆ ਜਿਹਨੂੰ ਵੇਖ ਕੇ ਜਿਹੜੀ ਆ ਹੁਣ ਸ਼ਰਮ ਆਉਣ ਲੱਗ ਪਈ ਆ ਕਿ ਫਿਰ ਵੀ ਅੰਨੇ ਲੋਕ ਜਿਹੜੇ ਆ ਅੰਨੀ ਸ਼ਰਧਾ ਦੇ ਵਿੱਚ ਉਹਨਾਂ ਸਾਧਾਂ ਸਾਧੜਿਆਂ ਦੇ ਜਾ ਜਾ ਕੇ ਪੈਰਾਂ 'ਚ ਪੈਂਦੇ ਆ ਔਰ ਫਿਰ ਵੀ ਨਹੀਂ ਸਮਝਦੇ। ਬੇਸ਼ੱਕ ਚਾਹੇ ਉਹ ਸੌਦਾ ਸਾਧ ਰਾਮ ਰਹੀਮ ਵਾਲਾ ਮਾਮਲਾ ਹੋਵੇ, ਉਹ 'ਚ ਅਸੀਂ ਦੇਖਦੇ ਹਾਂ ਫਿਰ ਵੀ ਉਹ ਆ ਕੇ ਪ੍ਰਚਾਰ ਕਰੀ ਜਾਂਦਾ ਪਰੌਲ 'ਤੇ, ਫਿਰ ਵੀ ਉਹ ਆ ਕੇ ਜਿਹੜਾ ਆ ਆਪਣੇ ਆਪ ਨੂੰ ਗੁਰੂ ਸਾਬਤ ਕਰਕੇ ਤੇ ਉੱਥੇ ਰੌਲਾ ਪਾ ਰਿਹਾ। ਤੇ ਇਸ ਤਰੀਕੇ ਹੁਣ ਅਸੀਂ ਦੇਖਦੇ ਹਾਂ ਇਹਨਾਂ ਦਿਨਾਂ ਦੀ ਇੱਕ ਘਟਨਾ ਨੂੰ ਕਿ ਵਿਸਾਖਾਪਟਨਮ ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਜ਼ਿਲ੍ਹੇ ਦੇ ਵਿੱਚ ਇੱਕ ਆਸ਼ਰਮ ਦੇ ਮਹੰਤ ਨੂੰ ਨਾਬਾਲਗ ਕੁੜੀ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਹੰਤ ਕੁੜੀਆਂ ਨੂੰ ਰਾਤ ਸਮੇਂ ਆਪਣੇ ਪੈਰ ਕਟਵਾਉਣ ਦੇ ਬਹਾਨੇ ਬੁਲਾਉਂਦਾ ਸੀ ਤੇ ਉਹਨਾਂ ਦੇ ਨਾਲ ਫਿਰ ਬਦਸਲੂਕੀਆਂ ਕਰਦਾ ਸੀਗਾ। 1955 ਵਿੱਚ ਸਥਾਪਿਤ ਕੀਤੇ ਇਸ ਆਸ਼ਰਮ ਦਾ ਜਿਹੜਾ ਨਾਂ ਆ ਇੱਕ ਪ੍ਰਮੁੱਖ ਸੰਤ ਦੇ ਨਾਂ ਦੇ ਉੱਤੇ ਰੱਖਿਆ ਗਿਆ ਤੇ ਇਸ ਮਹੰਤ ਵਿਰੁੱਧ 2012 ਵਿੱਚ ਵੀ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਮਹੰਤ ਆਪਣੇ ਆਪ ਨੂੰ ਕਾਫੀ ਪੜ੍ਹਿਆ ਲਿਖਿਆ ਦੱਸਦਾ ਆ। ਪਿਛਲੇ ਸਾਲ ਕਰਨਾਟਕ ਦੇ ਇੱਕ ਮਹੰਤ ਵਿਰੁੱਧ ਵੀ ਅਜਿਹੇ ਦੋਸ਼ ਲੱਗੇ ਸਨ ਔਰ ਬਹੁਤ ਥਾਵਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਇਹ ਲੋਕ ਨੇ। ਹੁਣ ਗੱਲ ਉਹਨਾਂ ਆਸ਼ਰਮਾਂ ਦੀ ਨਹੀਂ, ਉਹ ਡੇਰੇਦਾਰਾਂ ਦਾ ਵੀ ਇਹੀ ਹਾਲ ਆ ਔਰ ਬਹੁਤ ਸਾਰੀਆਂ ਜਿਹੜੀਆਂ ਸੰਪਰਦਾਵਾਂ ਪੰਜਾਬ ਦੇ ਵਿੱਚ ਵੀ ਆ ਉਹ ਵੀ ਅਸੀਂ ਦੇਖਦੇ ਹਾਂ ਕਿ ਉੱਥੇ ਕੀ ਗੰਦ ਘੁਲਿਆ। ਜਿਵੇਂ ਕਿ ਅਸੀਂ ਦੇਖਿਆ ਆ ਕਿ ਜਿਸ ਤਰੀਕੇ ਇੱਕ ਲੁਧਿਆਣੇ ਵਾਲਾ ਮਾਮਲਾ ਸ਼ਾਇਦ ਤੁਹਾਨੂੰ ਧਨਵੰਤ ਸਿੰਘ ਦਾ ਯਾਦ ਆਵੇ ਤਾਂ ਧਨਵੰਤ ਸਿੰਘ ਨੂੰ ਜਿਹੜਾ ਸੀ ਅਕਾਲ ਤਖਤ ਤੋਂ ਮਾਫ ਕੀਤਾ ਗਿਆ ਸੀ ਜਦੋਂ ਕਿ ਉਹ ਸਾਧ ਨੇ ਇੱਕ ਬੱਚੀ ਦੇ ਨਾਲ ਉਹ ਹਰਕਤ ਕੀਤੀ ਕਿ ਉਹਦੇ ਮਾਪੇ ਵਿਸ਼ਵਾਸ ਕਰਕੇ ਉਹਦੇ ਕੋਲੇ ਇਸ ਕਰਕੇ ਛੱਡ ਗਏ ਸਨ ਕਿ ਬੱਚੀ ਜਿਹੜੀ ਸੀਗੀ ਉਹ ਪੜ੍ਹਾਈ ਦੇ ਮਾਮਲੇ ਵਿੱਚ ਕਿਤੇ ਹੋਰ ਜਾਣਾ ਚਾਹੁੰਦੀ ਸੀ ਤਾਂ ਉਹਦੇ ਮਾਪੇ ਵਿਸ਼ਵਾਸ ਕਰਕੇ ਛੱਡ ਗਏ। ਪਰ ਉਸ ਬੱਚੀ ਦੇ ਨਾਲ ਜੋ ਬੀਤਿਆ ਫਿਰ ਉਹ ਕਈ ਸਾਲ ਜਿਹੜਾ ਸੀਗਾ ਮਾਮਲਾ ਚੱਲਦਾ ਰਿਹਾ, ਅਕਾਲ ਤਖਤ ਸਾਹਿਬ ਤੱਕ ਪਹੁੰਚਿਆ, ਅਦਾਲਤਾਂ ਤੱਕ ਪਹੁੰਚਿਆ। ਪਹਿਲਾਂ ਉਹ ਪਰਿਵਾਰ ਡਰਦਾ ਰਿਹਾ ਤੇ ਮੁੜ ਕੇ ਉਹ ਸਾਹਮਣੇ ਆ ਗਈਆਂ ਉਹ ਕਰਤੂਤਾਂ ਸਾਧ ਦੀਆਂ ਔਰ ਇਹ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਲੋਕ ਸੀ ਜਿਹੜੇ ਧਰਮ ਦੀ ਆੜ ਦੇ ਵਿੱਚ ਉਹਨੂੰ ਮਾਫ ਵੀ ਕਰੀ ਗਏ, ਵੱਡੇ ਅਹੁਦਿਆਂ ਉੱਤੇ ਬੈਠੇ ਵੀ ਪੈਸੇ ਲੈ ਕੇ ਮਾਫ ਕਰੀ ਗਏ ਆ। ਔਰ ਇਹ ਸਿੱਖੀ ਦੇ ਵਿੱਚ ਵੀ ਇਹੋ ਜਿਹੇ ਪਾਪੀ ਬੈਠੇ ਆ ਜਿਹੜੇ ਧਰਮ ਦੀ ਆੜ ਦੇ ਵਿੱਚ ਡੇਰੇ ਬਣਾਈ ਬੈਠੇ ਆ, ਡੇਰਿਆਂ ਦੇ ਉੱਤੇ ਕਰਤੂਤਾਂ ਆਹ ਘੋਲਦੇ ਆ, ਭੌਰੇ ਪੱਟ ਕੇ ਬੈਠੇ ਹੋਏ ਆ। ਕਈ ਪਿੰਡਾਂ ਥਾਵਾਂ ਦੇ ਵਿੱਚ ਭੌਰੇ ਪੱਟੇ ਹੋਏ ਆ ਸਾਧਾਂ ਨੇ ਤੇ ਉਹ ਸਾਧ ਜਿਹੜੇ ਆ ਤਪ ਦੇ ਨਾਂ 'ਤੇ, ਤਪੱਸਿਆ ਦੇ ਨਾਂ ਦੇ ਉੱਤੇ ਬੀਬੀਆਂ ਜਦੋਂ ਸੇਵਾ ਕਰਨ ਜਾਂਦੀਆਂ ਹੈ ਤੇ ਉੱਥੇ ਉਹਨਾਂ ਨੇ ਕੀ ਗੰਦ ਘੋਲਿਆ, ਕਈ ਵਿਚਾਰੀਆਂ ਡਰਦੀਆਂ ਬੋਲਦੀਆਂ ਹੀ ਨਹੀਂ ਆ। ਇਹੋ ਜਿਹੀ ਮਾੜੀ ਸਥਿਤੀ ਆ ਪੰਜਾਬ ਦੇ ਵਿੱਚ। ਇਹਨਾਂ ਡੇਰਿਆਂ ਵਾਲਿਆਂ ਦੇ ਖਿਲਾਫ ਜਾਂ ਇਹਨਾਂ ਸਾਧ ਸਾਧੜਿਆਂ ਦੇ ਖਿਲਾਫ ਪੰਜਾਬ ਦੇ ਲੋਕ ਜਾਂ ਕੋਈ ਪੱਤਰਕਾਰ ਸਾਡੇ ਵਰਗਾ ਜਾਂ ਕੋਈ ਹੋਰ ਅਗਰ ਗੱਲ ਚੁੱਕਣੀ ਚਾਹੁੰਦਾ ਆ ਤਾਂ ਹੋ ਸਕਦਾ ਹੈ ਕਿ ਇਹ ਚਾਰੇ ਚੱਕ ਕੇ ਆ ਜਾਣ ਤੇ ਅਗਲੇ ਨੂੰ ਮਰਨ ਮਰਾਉਣ ਤੱਕ ਚਲੇ ਜਾਣ। ਇਸ ਕਰਕੇ ਬਹੁਤੇ ਲੋਕ ਜਿਹੜੇ ਆ, ਬਹੁਤੀ ਪੱਤਰਕਾਰ ਭਾਈਚਾਰਾ ਵੀ ਇਹਨਾਂ ਗੱਲਾਂ ਨੂੰ ਦੱਬ ਲੈਂਦਾ ਆ, ਇਸ ਦੇ ਉੱਤੇ ਗੱਲ ਹੀ ਨਹੀਂ ਕਰਨੀ ਚਾਹੁੰਦਾ ਗਾ। ਹੁਣ ਗੱਲ ਇੱਥੇ ਪੰਜਾਬ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਬਹੁਤੇ ਡੇਰੇ ਇਹੋ ਜਿਹੇ ਆ ਜਿੱਥੇ ਸਾਧੂ ਸੰਤ ਸੰਨਿਆਸੀ ਬਹੁਤ ਸਾਰੇ ਲੋਕ ਇੱਦਾਂ ਦੇ ਰਹਿੰਦੇ ਆ ਜਿਨ੍ਹਾਂ 'ਤੇ ਲੋਕ ਬੜਾ ਵਿਸ਼ਵਾਸ ਕਰਦੇ ਕਿ ਇਹ ਬਹੁਤ ਚੰਗੇ ਬਾਬਾ ਜੀ ਆ, ਬਹੁਤ ਚੰਗੇ ਸੰਤ ਜੀ ਆ, ਬਹੁਤ ਚੰਗੇ ਮਹੰਤ ਜੀ ਆ। ਪਰ ਮਹੰਤ ਹੈ ਤਾਂ ਬੰਦਾ ਹੀ ਨਾ। ਮਹੰਤ ਕਿੰਨਾ ਕੁ ਜਾਬਤਾ ਇਹੋ ਜਿਹੇ ਲੋਕ ਰੱਖਣ। ਇਹ ਤਾਂ ਫਿਰ ਉਹੀ ਆ ਕਿ ਜੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਸਥ ਧਰਮ ਦੀ ਪਾਲਣਾ ਕਰਨ ਵਾਸਤੇ ਅਗਰ ਸਿੱਖਾਂ ਨੂੰ ਕਿਹਾ ਸੀਗਾ ਤੇ ਉਹਦੇ ਪਿੱਛੇ ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ। ਜਿੰਨੇ
ਉਹ ਸਾਇੰਸਦਾਨ ਸੀ, ਜਿੰਨੇ ਉਹ ਵਿਗਿਆਨੀ ਸੀਗੇ, ਜਿੰਨੇ ਉਹ ਇੱਕ ਮਹਾਂਪੁਰਖ ਸੀਗੇ, ਜਿੰਨੇ ਉਹ ਅਕਾਲ ਰੂਪ ਸੀਗੇ, ਉਹਨਾਂ ਨੂੰ ਸਾਰੀ ਚੀਜ਼ਾਂ ਦਾ ਪ੍ਰਤੱਖ ਗਿਆਨ ਸੀਗਾ। ਇਸ ਕਰਕੇ ਹੀ ਸਿੱਖ ਨੂੰ ਉਹਨਾਂ ਨੇ ਇਹ ਗੱਲ ਸਹੀ ਰੂਪ ਦੇ ਵਿੱਚ ਲਾਗੂ ਕੀਤੀ ਸੀ ਕਿ ਸਿੱਖ ਦਾ ਗ੍ਰਸਤੀ ਹੋਣਾ ਵੀ ਜ਼ਰੂਰੀ ਆ। ਗ੍ਰਸਤ ਵਿੱਚ ਆ ਕੇ ਨਾਲ ਨਾਲ ਜਿਹੜੇ ਦੁਨੀਆ ਦੇ ਕਾਰਜ ਆ ਉਹ ਵੀ ਕਰੇ, ਤਾਂ ਕਿ ਇਸ ਤਰੀਕੇ ਨਾਲ ਧਿਆਨ ਨਾ ਭਟਕੇ। ਪਰ ਇਹ ਸਾਧ ਤਾਂ ਹੁਣ ਆਸ਼ਰਮ ਸਾਧ ਨੂੰ ਹੀ ਵੇਖ ਲਓ, ਜਿਹੜਾ ਬੈਟਰੀਆਂ ਮਾਰ ਮਾਰ ਕੇ ਇਹ ਵੇਖਦਾ ਹੁੰਦਾ ਸੀ ਵੀ ਸਭ ਤੋਂ ਸੋਹਣੀ ਜਨਾਨੀ ਕਿਹੜੀ ਆ, ਕੁੜੀ ਕਿਹੜੀ ਆ, ਫਿਰ ਉਸੇ ਨੂੰ ਆਸ਼ਰਮ ਵਿੱਚ ਬੁਲਾ ਕੇ ਉਹਦੇ ਨਾਲ ਜੋ ਉਹਨੇ ਕਰਤੂਤਾਂ ਕੀਤੀਆਂ, ਅੱਜ ਉਸੇ ਕਰਕੇ ਜੇਲ੍ਹ 'ਚ ਬੈਠਾ। ਇੱਥੇ ਜਿਹੜੀਆਂ ਸਾਧਵੀਆਂ ਨਾਲ ਸੌਦਾ ਸਾਧ ਰਾਮ ਰਹੀਮ ਨੇ ਕਰਤੂਤਾਂ ਘੋਲੀਆਂ, ਅੱਜ ਉਹ ਜੇਲ੍ਹ ਦੇ ਵਿੱਚ ਬੈਠਾ। ਔਰ ਕਈ ਜਿਹੜੇ ਆ ਸਚਿਦਾਨੰਦ ਵਰਗੇ ਕਈ ਸਾਧ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਨੇ ਵੀਡੀਓ ਸੀਡੀਆਂ ਤੱਕ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਆਸੇ ਪਾਸੇ ਜਿਹੜਾ ਸੀਗਾ ਵਾਇਰਲ ਹੋਈਆਂ ਸੀ, ਔਰ ਲੋਕਾਂ ਨੇ ਦੇਖਿਆ ਵੀ ਆਹ ਸਾਧ ਆ, ਆਹ ਕਰਤੂਤਾਂ ਇਹਨਾਂ ਨੇ ਕੀਤੀਆਂ। ਤਾਂ ਦੇਸ਼ ਦੇ ਕਈ ਸੂਬਿਆਂ ਤੇ ਆਸ਼ਰਮਾਂ ਦੇ ਅਜਿਹੇ ਭੇਖਧਾਰੀਆਂ ਦੁਆਰਾ ਕੁਕਰਮ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਕਿਸੇ ਵੇਲੇ ਬਹੁਤ ਮਸ਼ਹੂਰ ਰਿਹਾ ਸਾਧ ਆਸ਼ਰਮ ਰਾਜਸਥਾਨ ਵਿੱਚ, ਹੁਣ ਤੁਸੀਂ ਦੇਖ ਰਹੇ ਹੋ ਉਮਰ ਕੈਦ ਕੱਟ ਰਿਹਾ ਸੌਦਾ ਸਾਧ ਜਿਹੜਾ ਆ ਉਹ ਹਰਿਆਣੇ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਆ। ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਇਹ ਸਾਧ ਕਾਫੀ ਤਾਕਤਵਰ ਹਨ। ਜਿੱਥੇ ਸੌਦਾ ਸਾਧ ਰਾਮ ਰਹੀਮ ਕਈ ਵਾਰੀ ਪਰੌਲ 'ਤੇ ਆ ਕੇ ਅਜੇ ਵੀ ਆਪਣਾ ਪ੍ਰਚਾਰ ਕਰਦਾ ਹੈ, ਉੱਥੇ ਆਸ਼ਰਮ ਦੇ ਹਮਾਇਤੀਆਂ ਉੱਤੇ ਇੱਕ ਪੀੜਤ ਜਿਸ ਦੀ ਸ਼ਿਕਾਇਤ ਤੇ ਉਸ ਨੂੰ ਕੈਦ ਹੋਈ ਸੀ, ਉਸ ਨੂੰ ਧਮਕਾਉਣ ਦੇ ਦੋਸ਼ ਲੱਗੇ ਆ। ਤੇ ਆਂਧਰਾ ਪ੍ਰਦੇਸ਼ ਵਿੱਚ ਹੋਈ ਘਟਨਾ ਇਹ ਦਰਸਾਉਂਦੀ ਹੈ ਕਿ ਕਈ ਪੱਖਾਂ ਤੋਂ ਸਾਡੇ ਸਮਾਜ ਜਿਹੜੇ ਨੇ ਬੁਰੀ ਤਰ੍ਹਾਂ ਪਛੜੇ ਹੋਏ ਨੇ। ਨਾਬਾਲਗ ਕੁੜੀਆਂ ਦਾ ਆਸ਼ਰਮਾਂ ਦੇ ਵਿੱਚ ਰਹਿਣਾ ਹੀ ਅਜਿਹਾ ਪੱਖ ਹੈ। ਅਸੀਂ ਜਾਂਦੇ ਹਾਂ, ਪਰਿਵਾਰ ਸਮੇਤ ਜਾਂਦੇ ਆ, ਟੱਬਰਾਂ ਦੇ ਟੱਬਰ ਜਿਹੜੇ ਨਾ ਉਹ ਜੁੜ ਜਾਂਦੇ ਆ। ਅਸੀਂ ਪੰਜਾਬ ਦੇ ਵੱਡੇ ਡੇਰਿਆਂ ਦੀ ਅਗਰ ਗੱਲ ਕੀਤੀ ਜਾਵੇ ਨਾ, ਤੇ ਲੋਕ ਟਰੈਕਟਰ ਟਰਾਲੀਆਂ ਭਰ ਭਰ ਕੇ ਆ ਸੌਦਾ ਸਾਧ ਵਾਲੇ ਡੇਰੇ ਵੀ ਜਾਂਦੇ ਸੀਗੇ, ਤੇ ਇਸੇ ਤਰ੍ਹਾਂ ਦੇ ਉੱਤੇ ਬਣੇ ਹੋਏ ਹੋਰ ਡੇਰੇ ਜਿਹੜੇ ਨੇ ਉਹਨਾਂ ਮੰਨੀ ਵੀ ਟਰੈਕਟਰ ਟਰਾਲੀਆਂ, ਬੱਸਾਂ, ਕਾਰਾਂ, ਗੱਡੀਆਂ ਜੀ, ਉੱਥੇ ਭੰਡਾਰੇ ਆ ਜੀ, ਉੱਥੇ ਆ ਉੱਥੇ ਆ, ਇੱਦਾਂ ਜਾਂਦੇ ਆ। ਪਰ ਹੁਣ ਗੱਲ ਇਹ ਹੈ ਕਿ ਇਹ ਸਾਡੇ ਅੰਧ ਵਿਸ਼ਵਾਸ ਆ ਕਿ ਬਸ ਜੀ ਬਾਬਾ ਜੀ ਦੇ ਦਰਸ਼ਨ ਹੋ ਜਾਣ, ਅਸੀਂ ਤਾਂ ਧੰਨ ਹੋ ਜਾਵਾਂਗੇ, ਬਾਬਾ ਜੀ ਦੀ ਮਿਹਰ ਭਰੀ ਨਿਗਾਹ ਜਿਹੜੀ ਉਹ ਪੈ ਜੇ। ਜਿਹਦੇ ਆਚਰਣ ਹੀ ਨਹੀਂ ਸੁਧਾਰਿਆ, ਆਦਤਾਂ ਹੀ ਨਹੀਂ ਸੁਧਾਰੀਆਂ, ਮਨ ਦੇ ਵਿੱਚ ਖੋਟ ਹੈ, ਦਿਮਾਗਾਂ ਵਿੱਚ ਕੂੜ ਭਰਿਆ ਹੋਇਆ, ਤੇ ਕਿਵੇਂ ਇਹ ਸਾਧ ਸਾਧਣਿਆਂ ਦੀ ਨਿਗਾਹ ਪੈਣ ਨਾਲ ਤੁਸੀਂ ਕਿਵੇਂ ਸੁਧਰ ਜਾਓਗੇ? ਤੇ ਦੱਸਣਾ ਕਿੱਥੋਂ ਇਹਨਾਂ ਨੇ, ਦੱਸਣਾ ਕਿੱਥੋਂ ਆ? ਉਹੀ ਕੁਛ ਜਿਹੜਾ ਇੱਧਰੋਂ ਉੱਧਰ ਆਪ ਬਣਾਇਆ, ਆਪ ਤਰਜ 'ਤੇ ਬਣਾਇਆ। ਉਹ ਜਿਵੇਂ ਭੰਡਿਆਰਾਂ ਵਾਲਾ ਸਾਧ ਸੀਗਾ, ਉਹਦੀ ਵੀ ਕਰਤੂਤ ਇਹ ਸੀ, ਉਹਨੇ ਵੀ ਭਵ ਸਾਗਰ ਵਰਗਾ ਗ੍ਰੰਥ ਲਿਖਿਆ ਸੀਗਾ, ਤੇ ਚੱਕ ਕੇ ਇੱਧਰੋਂ ਉੱਧਰੋਂ ਬਾਣੀ ਵੀ ਜਿਹੜੀ ਚੋਰੀ ਕਰਕੇ ਉਹਨੂੰ ਆਪਣੀ ਤਰਜ਼ ਦੇ ਉੱਤੇ ਬੋਲ ਕੇ ਦੱਸ ਕੇ ਚਲੋ ਜੀ ਬਾਬਿਆਂ ਤੋਂ ਇਹ ਲੋਕ ਖੁਸ਼ ਹੋ ਜਾਂਦੇ ਆ। ਕਈ ਸਾਧ ਜਿਹੜੇ ਪੰਡਿਤ ਜੋਤਸ਼ੀ ਉਹ ਇਹੋ ਜਿਹਾ ਕੁਛ ਕਰਾਈ ਜਾਂਦੇ ਆ, ਉੱਥੇ ਭੀੜਾਂ ਘੱਤ ਕੇ ਲੋਕ ਤੁਰੇ ਜਾਂਦੇ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਲੋਕ ਇਹੋ ਜਿਹੇ ਛਾਏ ਹੋਏ ਆ, ਨਵੇਂ ਸਾਧ, ਨਵੀਆਂ ਮਤਾਵਾਂ, ਨਵੇਂ ਸਾਧੂ, ਨਵੇਂ ਸੰਤ, ਨਵੇਂ ਮੁਨੀ, ਪਤਾ ਨਹੀਂ ਕਿੰਨਾ ਹੀ ਕੁਛ ਆਇਆ ਬੈਠਾ ਹੈਗਾ। ਔਰ ਹਰੇਕ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਜਿਹੜੇ ਲੋਕ ਆ ਪਰਖ ਕਰਨ ਵਾਲੇ, ਉਹ ਕਹਿਣਗੇ ਜੀ ਲਓ ਜੀ ਇੱਕ ਹੋਰ ਪ੍ਰੋਡਕਟ ਆ ਗਿਆ ਨਵਾਂ ਇਸ ਸਾਧ ਦੇ ਰੂਪ ਵਿੱਚ, ਇਸ ਸਾਧਨੀ ਦੇ ਰੂਪ ਵਿੱਚ। ਮਤਲਬ ਇਹ ਕੁਛ ਹੋ ਰਿਹਾ, ਔਰ ਲੋਕ ਉੱਥੇ ਪੁੱਛੋ ਹੀ ਨਾ, ਇੰਨੇ ਕੁ ਹੱਥ ਬੰਨ੍ਹ ਕੇ ਖੜੇ ਹੁੰਦੇ ਆ, ਇੰਨੀ ਕੁ ਅੰਨੀ ਸ਼ਰਧਾ 'ਚ ਜਿਹੜੇ ਆ ਲਬਟੋਰ ਹੋਏ ਹੁੰਦੇ ਆ ਵੀ ਬੰਦਾ ਸੋਚ ਕੇ ਹੈਰਾਨ ਰਹਿ ਜਾਂਦਾ ਵੀ ਇਹ ਕਿੱਧਰ ਨੂੰ ਤੁਰੇ ਜਾਂਦੇ। ਸਾਡਾ ਮੁਲਕ ਇੱਕ ਅਜਿਹਾ ਆ, ਦੁਨੀਆ ਵਿਗਿਆਨਕ ਪੱਖਾਂ ਤੋਂ ਤਰੱਕੀ ਕਰਕੇ ਕਿਤੇ ਪਹੁੰਚ ਗਈ, ਔਰ ਸਾਡੇ ਜਿਹੜੇ ਮੁਲਕ ਹੈਗੇ ਆ ਉਹ ਨਿਘਾਰ ਬੰਨੀ ਜਾ ਰਹੇ ਆ, ਪਿਛੋਕੜ ਬੰਨੀ ਜਾ ਰਹੇ ਆ। ਔਰ ਗੱਲ ਇਹ ਆ, ਤੇ ਫਿਰ ਇਹੋ ਜਿਹੇ ਸਾਧਾਂ ਦੇ ਜਿਹੜੇ ਆਸ਼ਰਮਾਂ ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋ ਕਿੱਥੇ ਤੱਕ ਪਹੁੰਚ ਗਏ। ਕਰੋੜਾਂ ਦੀਆਂ ਜਾਇਦਾਦਾਂ ਇਹਨਾਂ ਦੀਆਂ ਬਣੀਆਂ ਪਈਆਂ ਆ। ਲੋਕ ਇਹਨਾਂ ਭੇਖਿਆਂ ਨੂੰ ਇੰਨਾ ਪੈਸਾ ਚੜਾਉਂਦੇ ਆ ਕਿ ਉਹਨਾਂ ਦੇ ਕਹਿਣ ਦੇ ਉੱਤੇ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ। ਇੱਕ ਤਰ੍ਹਾਂ ਜਿਵੇਂ ਉਹ ਹਿਪਨੋਟਿਜ਼ਮ ਕਰ ਦਿੰਦੇ ਆ ਸਾਧ, ਇੱਦਾਂ ਹੀ ਇਹਨਾਂ ਲੋਕਾਂ ਨੂੰ ਹੁੰਦਾ ਵੀ ਹਾਂ ਬਾਬਾ ਜੀ ਨੇ ਕਹਿ ਤਾ ਜੀ ਮੰਨ ਲਓ, ਬਾਬਾ ਜੀ ਬਹੁਤ ਵਧੀਆ, ਬਾਬਾ ਜੀ ਤਾਂ ਤਾਰਨਹਾਰ ਆ, ਬਾਬਾ ਜੀ ਤਾਂ ਕਰਨੀ ਵਾਲੇ ਆ, ਬਾਬਾ ਜੀ ਦਾ ਕਿਹਾ ਪੂਰਾ ਹੋ ਜਾਂਦਾ ਆ। ਆਹੀ ਕੁਛ ਹੈ। ਇਹ ਮੇਰੇ ਨਾਲ ਨਹੀਂ, ਇਹ ਤੁਹਾਡੇ ਨਾਲ ਵੀ ਬਹੁਤਿਆਂ ਨਾਲ ਬੀਤਿਆ, ਤੁਹਾਡੇ ਮਾਪਿਆਂ ਨਾਲ, ਤੁਹਾਡੇ ਰਿਸ਼ਤੇਦਾਰਾਂ ਨਾਲ, ਤੁਹਾਡੇ ਆਂਢ ਗੁਆਂਢ ਦੇ ਵਿੱਚ ਤੁਸੀਂ ਬਹੁਤ ਕੁਛ ਇਹੋ ਜਿਹਾ ਵੇਖਿਆ ਹੋਣਾ। ਬਹੁਤੇ ਤੁਹਾਡੇ 'ਚੋਂ ਵੀ ਬਹੁਤੇ ਡੇਰਿਆਂ ਨਾਲ ਜੁੜੇ ਹੋਣੇ ਆ, ਸਾਧਾਂ ਦੇ ਕੋਲੇ ਜਾਂਦੇ ਹੋਣੇ ਆ, ਪਰ ਨਿੱਜੀ ਰੂਪ 'ਚ ਇਹਨਾਂ ਸਾਧਾਂ ਕੋਲੇ ਕਿਤੇ ਟਿਕ ਕੇ ਜਿਹੜਾ ਹੈਗਾ ਤੁਸੀਂ ਬਹਿ ਕੇ ਵੇਖੋ, ਹੋਰ ਫਿਰ ਤੁਹਾਨੂੰ ਉੱਥੇ ਰਹਿ ਕੇ ਜਿਹੜੀਆਂ ਕਰਤੂਤਾਂ ਪਤਾ ਲੱਗਦੀਆਂ ਉਦੋਂ ਜਾਣਦੇ ਆ ਵੀ ਇਹ ਹੋ ਕੀ ਰਿਹਾ।
ਇੱਧਰ ਮਾਲਵੇ ਬੰਨੀ ਫਰੀਦਕੋਟ ਜ਼ਿਲ੍ਹੇ ਦੇ ਲਾਗੇ ਦਾ ਇੱਕ ਸਾਧ ਜਿਹੜਾ ਕਿ ਸਿੰਘ ਸ਼ਹੀਦ ਆਉਣ ਦਾ ਦਾਅਵਾ ਕਰਦਾ ਸੀ ਆਪਦੇ ਆਪ ਵਿੱਚ, ਤੇ ਉਸ ਬੰਦੇ ਨੇ ਲੋਕਾਂ ਨੂੰ ਇੰਨਾ ਕੁ ਭਰਮਾਇਆ ਵੀ ਨੌਕਰੀਆਂ ਦੇ ਨਾਂ ਤੇ ਫਲ ਪੈਣਗੇ ਜੀ, ਬਿਮਾਰੀਆਂ ਦੇ ਨਾਂ ਤੇ ਫਲ ਪੈਣਗੇ, ਜ਼ਮੀਨਾਂ ਦੇ ਝਗੜੇ ਵਾਲਿਆਂ ਨੂੰ ਫਲ ਪੈਣਗੇ, ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਨੂੰ ਫਲ ਪੈਣਗੇ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਫਲ ਪੈਣਗੇ। ਤਾਂ ਫਿਰ ਉਸ ਸਾਧ ਨੇ ਉਹ ਪਖੰਡ ਡੰਬਰ ਰਚਿਆ ਵੀ ਜਿਹਨੂੰ ਤੁਸੀਂ ਅੱਜ ਸੁਣ ਕੇ ਜਾਂ ਤਾਂ ਹੱਸੋਗੇ ਤੇ ਜਾਂ ਫਿਰ ਉਹ ਸੋਚ ਕੇ ਵੀ ਇਹੋ ਜਿਹੇ ਸਾਧ ਨੂੰ ਜੁੱਤੀਆਂ ਕਿਉਂ ਨਾ ਮਾਰੀਆਂ, ਇੱਥੋਂ ਤੱਕ ਜਾਓਗੇ। ਉਹ ਸਾਧ ਨੇ ਗੁਰੂ ਘਰ ਦੇ ਵਿੱਚ ਬਹਿ ਕੇ ਹੀ ਆਪਣਾ ਇੱਕ ਵੱਖਰਾ ਕਮਰਾ ਡੇਰੇ ਦਾ ਬਣਾਇਆ ਹੋਇਆ ਸੀਗਾ, ਤੇ ਉਹ ਸਾਧ ਨੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ, ਇੰਨੇ ਕੁ ਅਨਾਜ ਇਕੱਠਾ ਕਰ ਲਿਆ ਕਿ ਉਹਨਾਂ ਨੂੰ ਖੁਦ ਮੰਡੀਆਂ 'ਚ ਉਹ ਵੇਚ ਕੇ ਆਉਂਦਾ ਰਿਹਾ ਆ। ਤੇ ਉੱਥੇ ਇੰਨਾ ਕੁ ਚੜਾਵਾ ਚੜਿਆ ਵੀ ਅੱਜ ਇੱਕ ਆਲੀਸ਼ਾਨ ਗੁਰੂ ਘਰ ਬਣਿਆ ਹੋਇਆ, ਤੇ ਸਾਧ ਦਾ ਟੱਬਰ ਅਗਾਂਹ ਉਹਦੇ ਪੁੱਤ ਪੋਤਰੇ ਉਸੇ ਦੇ ਆਸਰੇ ਪਲੇ ਆ। ਸਾਧ ਅੱਜ ਵੀ ਆ, ਅੱਜ ਵੀ ਉਹ ਅਖੌਤੀ ਬੂਬਣਾ ਜਿਹੜਾ ਆ ਉਹ ਆਪਣੇ ਕੰਮ ਕਾਰ ਕਰੀ ਜਾਂਦਾ ਆ। ਪਰ ਕੀ ਆਖੀਏ, ਸਾਡੇ ਲੋਕ ਅੰਨੇ ਆ। ਦੱਸੋ ਕਿ ਜੇ ਇਸ ਤਰੀਕੇ ਨਾਲ ਫਲ ਪੈਣ ਨਾਲ ਜੇ ਅਸੀਂ 10 ਲੋਕ ਜਿਹੜੇ ਸਾਡੇ ਸਾਹਮਣੇ ਆ ਕੇ ਬਹਿ ਜਾਣ ਤੇ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਸਾਧ ਬਣ ਕੇ ਉਹਨਾਂ ਨੂੰ ਇਹ ਗੱਲ ਕੋਈ ਵੀ ਦੱਸੇ ਵੀ ਆਹ ਹੋ ਜਾਊਗਾ, ਵੀ ਜਾਂ ਫਲਾਨਿਆਂ ਤੇਰੇ ਪੁੱਤ ਹੋ ਜਾਊਗਾ, ਜਾਂ ਤੇਰੀ ਨੌਕਰੀ ਲੱਗ ਜੂ, ਜਾਂ ਫਿਰ ਤੁਹਾਡਾ ਆਹ ਫਲਾਨਾ ਕੰਮ ਸਵਰ ਜੂਗਾ, ਜ਼ਾਹਿਰ ਹੈ ਕਿ 10 ਦੇ ਵਿੱਚੋਂ ਕਿਸੇ 1 2 3 ਦਾ ਤਾਂ ਕੰਮ ਹੋਊਗਾ ਨਾ। ਤੇ ਉਹ 3 ਹੀ ਜਿਹੜੇ ਆ ਉਹੀ ਤੁਹਾਡੀ ਝੰਡੀ ਕਰਨਗੇ ਵੀ ਬਾਬਾ ਜੀ ਦੇ ਕੋਲੇ ਆਏ ਸੀ ਜੀ, ਬਹੁਤ ਵਧੀਆ ਹੋ ਗਿਆ, ਹੋ ਹੀ ਇੱਦਾਂ ਰਿਹਾ ਹੈਗਾ। ਹੋਰ ਇਹਨਾਂ ਦੇ ਕੋਲੇ ਕੋਈ ਦੂਰਦਰਸ਼ੀ ਨਹੀਂ ਹੈਗੇ ਬਾਬੇ ਕਿ ਇਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂ ਦਸ਼ਮੇਸ਼ ਪਿਤਾ ਤੋਂ ਜ਼ਿਆਦਾ ਵੱਡੇ ਆ, ਜ਼ਿਆਦਾ ਇਹਨਾਂ ਨੂੰ ਪਤਾ ਇਹਨਾਂ ਗੱਲਾਂ ਬਾਰੇ। ਇਹਨਾਂ ਚੀਜ਼ਾਂ ਦਾ ਜਿਹੜਾ ਗੌਰ ਆ ਉਹ ਕਰਨਾ ਪਊਗਾ। ਲੋਕਾਂ ਦੇ ਵਿੱਚ ਜਾਗਰੂਕਤਾ ਹੈ ਨਹੀਂ, ਅੰਧ ਵਿਸ਼ਵਾਸ ਇੰਨੇ ਆ ਨਾ। ਭਾਈ ਸੰਤਾਂ ਦੇ ਬਾਰੇ ਮਾੜਾ ਨਹੀਂ ਕਹੀਦਾ ਹੁੰਦਾ ਗਾ, ਸੰਤਾਂ ਨੂੰ ਜਿਹੜਾ ਆ ਬੋਲਣ ਵਾਲਾ ਆ ਉਹਨੂੰ ਕੀੜੇ ਪੈਂਦੇ ਆ ਜੀ, ਉਹ ਇੱਦਾਂ ਕਰਕੇ ਦੁਸ਼ਟਾ ਹੁੰਦਾ ਹੈ ਜੀ, ਉਹ ਨਰਕਾਂ ਨੂੰ ਜਾਂਦਾ। ਯਾਨੀ ਇੱਦਾਂ ਜਿਹੜੀਆਂ ਸਾਡੀਆਂ ਮਾਵਾਂ ਬੀਬੀਆਂ ਜਿਹੜੀਆਂ ਤੇ ਜਾਂ ਅੰਧ ਵਿਸ਼ਵਾਸੀ ਬੁੱਢੀਆਂ ਸੀ ਨਾ, ਉਹਨਾਂ ਨੇ ਬਹੁਤ ਸਾਰਾ ਕੁਛ ਇੱਦਾਂ ਦਾ ਕੀਤਾ। ਹਾਲਾਂਕਿ ਮੈਂ ਜੋ ਗੱਲਾਂ ਕਰ ਰਿਹਾ ਤੁਹਾਨੂੰ ਕਈਆਂ ਨੂੰ ਕੌੜੀਆਂ ਲੱਗਣਗੀਆਂ ਕਿ ਗੱਲ ਆ ਕਿ ਉਸ ਅੰਧ ਵਿਸ਼ਵਾਸ ਦੇ ਵਿੱਚ ਪਰੁੱਝੇ ਹੋਏ ਸਾਡੇ ਪੰਜਾਬ ਦੇ ਲੋਕ ਇੱਥੋਂ ਤੱਕ ਆ ਖੜੇ ਹੋਏ ਆ ਕਿ ਸਾਨੂੰ ਇਹਨਾਂ ਅੰਧ ਵਿਸ਼ਵਾਸਾਂ ਦੇ ਵਿਰੁੱਧ ਲੜਾਈ ਕਰਨੀ ਪਊਗੀ। ਸਾਡੇ ਹੱਥਾਂ ਦੇ ਵਿੱਚੋਂ ਹਜੇ ਤੱਕ ਮੌਲੀਆਂ ਧਾਗੇ ਨਹੀਂ ਨਿਬੜੇ ਗਏ, ਗਲਾਂ ਦੇ ਵਿੱਚੋਂ ਹਜੇ ਤਵੀਤ ਧਾਗੇ ਨਹੀਂ ਅਸੀਂ ਨਿਬੜੇ। ਕਿਤੇ ਜਲ ਕਰਾਉਣ ਜਾਂਦੇ ਹਾਂ ਅਸੀਂ ਬਾਬਿਆਂ ਕੋਲੋਂ, ਕਿਤੋਂ ਗਾਵਾਂ ਮੱਝਾਂ ਜੇ ਦੁੱਧੋਂ ਭੱਜ ਜਾਂਦੀਆਂ ਤਾਂ ਉਹਨਾਂ ਨੂੰ ਪੇੜਾ ਕਰਾਉਣ ਵੀ ਪਿੰਡ ਦੇ ਭਾਈ ਜੀ ਕੋਲ ਕਿ ਤੁਰਿਆ ਜਾਂਦਾ, ਜਾਂ ਕਿ ਪਿੰਡ 'ਚ ਫਲਾਨਾ ਪੀਰ ਦੀ ਸਮਾਧ ਕੋਈ ਉੱਥੇ ਤੁਰਿਆ ਜਾਂਦਾ ਆ, ਕੋਈ ਕੱਚੀਆਂ ਲੱਸੀਆਂ ਜਠੇਰਿਆਂ ਦੇ ਪਾਈ ਜਾਂਦਾ ਆ, ਕੋਈ ਮੜੀਆਂ ਪੂਜੀ ਜਾਂਦਾ, ਕੋਈ ਮਟੀਆਂ ਪੂਜੀ ਜਾਂਦਾ, ਕੋਈ ਕਬਰਾਂ ਪੂਜੀ ਜਾਂਦਾ ਆ। ਇਹ ਅੰਧ ਵਿਸ਼ਵਾਸ ਨਹੀਂ ਤਾਂ ਹੋਰ ਕੀ ਆ। ਗੱਲ ਉੱਥੇ ਸ਼ੇਖ ਫੱਤੇ ਖੀਰ ਚੜਾਉਣ ਜਾਂਦੇ ਆ ਮਾਝੇ ਦੇ ਵਿੱਚ ਲੋਕ, ਜਿਉਂ ਖੀਰ ਲੈ ਕੇ ਜਾਂਦੇ ਆ। ਉਹ ਗਰਮੀਆਂ ਦਿਨਾਂ ਵਿੱਚ ਵੀ ਮੱਝ ਸੂਈ ਆ ਨਾ ਜੀ, ਜਿੰਨਾ ਚਿਰ ਬਾਬੇ ਸ਼ੇਖ ਫੱਤੇ ਖੀਰ ਨਹੀਂ ਚੜ੍ਹਦੀ ਉਹਨਾਂ ਚਿਰ ਤਾਂ ਜੀ ਅਸੀਂ ਪਾਉਣਾ ਨਹੀਂ। ਹਾਲਾਂਕਿ ਪੰਚਮ ਪਾਤਸ਼ਾਹ ਦੇ ਵੇਲੇ ਇਸ ਤਰੀਕੇ ਦੇ ਜਿਹੜੇ ਡੇਰੇ ਸੀਗੇ ਜਾਂ ਜੋ ਕੁਛ ਇੱਦਾਂ ਦਾ ਸੀਗਾ ਉਹ ਸਾਰਾ ਭਾਈ ਲੰਗਾਹ ਦੇ ਘਰ ਦੇ ਵਿੱਚ ਵੀ ਸੀਗਾ। ਕਦੇ ਇਤਿਹਾਸ ਪੜ੍ਹ ਕੇ ਵੇਖ ਲਓ, ਉਹ ਵੀ ਲਾਲਾਂ ਵਾਲੇ ਪੀਰ ਨੂੰ ਮੰਨਣ ਵਾਲਾ ਸੀ, ਤੇ ਪੰਚਮ ਪਾਤਸ਼ਾਹ ਨੇ ਉਹਨਾਂ ਨੂੰ ਪਾਸੇ ਕੀਤਾ ਸੀ ਵੀ ਛੱਡੋ ਪਰੇ, ਅਕਾਲ ਪੁਰਖ ਵਾਹਿਗੁਰੂ ਏਕਾ, ਉਹਨਾਂ ਦੀ ਉਸਤਤ ਕਰੋ। ਪਰ ਇਸ ਦੇ ਬਾਵਜੂਦ ਵੀ ਮਾਝੇ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਲੋਕ ਇਹਨਾਂ ਪੀਰਾਂ ਨੂੰ ਪੂਜਦੇ ਹੈਗੇ ਆ ਔਰ ਕਿੰਨਾ ਕੁਛ ਹੋ ਰਿਹਾ। ਔਰ ਜੇ ਕੋਈ ਕੁਛ ਕਹਿੰਦਾ ਤੇ ਉੱਥੇ ਆਸਥਾ ਖੜੀ ਕਰਨ ਦੇ। ਇਹ ਕਾਹਦੀ ਆਸਥਾ ਹੋਈ ਜਿਹੜੀ ਤੁਹਾਨੂੰ ਅੰਧ ਵਿਸ਼ਵਾਸਾਂ 'ਚ ਪਾਉਂਦੀ ਹੈ? ਫਿਰ ਉੱਥੇ ਬੈਠੇ ਸਾਧੜੇ ਜਿਹੜੇ ਆ ਚਮਟੇ ਵਜਾ, ਢੋਲਕੀਆਂ ਵਜਾ, ਤੇ ਫਿਰ ਉੱਥੇ ਤੁਹਾਨੂੰ ਤਵੀਤ ਤਾਗਿਆਂ ਤੋਂ ਲੈ ਕੇ ਤੇ ਤੁਹਾਨੂੰ ਜਲ ਕਰਕੇ ਦਿੱਤੇ ਜਾਂਦੇ ਆ। ਔਰ ਇਸ ਤੋਂ ਇਲਾਵਾ ਤੁਹਾਡੇ ਬੰਧਨ ਕਰਾਏ ਜਾਂਦੇ ਆ। ਫਿਰ ਤੁਹਾਨੂੰ ਚੌਂਕੀਆਂ ਲੈ ਕੇ ਕਦੇ ਕਿਸੇ ਦੁਆਰੇ, ਕਦੇ ਕਿਸੇ ਦੁਆਰੇ, ਕਦੇ ਕਿਸੇ ਦੁਆਰੇ ਇਹ ਲੋਕ ਚੜ੍ਹਦੇ ਆ। ਇਹਨਾਂ ਦਾ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ। ਵੇਂਦਿਆਂ ਇੱਕ ਹੋਰ ਘਟਨਾ ਯਾਦ ਆਈ ਕਿ ਇਸ ਤਰ੍ਹਾਂ ਹੀ ਇੱਕ ਪਰਿਵਾਰ ਸੀਗਾ ਜਿਨ੍ਹਾਂ ਦੇ ਘਰ ਚੌਂਕੀ ਲੱਗਣੀ ਸ਼ੁਰੂ ਹੋਈ। ਉਹਦੀ ਮਾਂ ਦੇ ਵਿੱਚ ਚੌਂਕੀ ਇਹੋ ਜਿਹੀ ਹੋਣੀ ਸ਼ੁਰੂ ਹੋਈ ਕਿ ਜਿਹੜਾ 2 ਕਮਰਿਆਂ ਦਾ ਘਰ ਸੀਗਾ, ਜਿਨ੍ਹਾਂ ਦੇ ਘਰੋਂ ਕਦੇ ਭੁੱਖ ਮਰੀ ਨਹੀਂ ਸੀ ਪਾਸੇ ਹਟੀ, ਅੱਜ ਉਹਨਾਂ ਕੋਲ ਵਧੀਆ ਗੱਡੀਆਂ ਆ ਤੇ ਵਧੀਆ ਮਹਿਲ ਵਰਗੀ ਉਹਨਾਂ ਨੇ ਕੋਠੀ ਪਾਲੀ। ਬਈ ਕਿੱਥੋਂ ਆਉਂਦੀ ਆ? ਜੇ ਸਾਡੇ ਲੋਕ ਇਹਨਾਂ ਅੰਧ ਵਿਸ਼ਵਾਸਾਂ ਵਿੱਚ ਨਾ ਫਸਣ, ਨਾ ਇਹਨਾਂ ਲੋਕਾਂ ਦੇ ਮਗਰ ਜਾਣ, ਤਾਂ ਮੇਰਾ ਖਿਆਲ ਆ ਕਿ ਬਹੁਤਾ ਜਿਹੜਾ ਪੈਸਾ ਵੀ ਬਰਬਾਦ ਹੋ ਜਾਵੇ ਤੇ ਜਿਹੜੀ ਸਾਡੀ ਮਾਨਸਿਕ ਤੌਰ ਦੇ ਉੱਤੇ ਅਸੀਂ ਬਿਮਾਰ ਹੋ ਜਾਂਦੇ ਇਹਨਾਂ ਕੋਲ ਲੈ ਕੇ, ਕਿਉਂਕਿ ਅਸੀਂ ਬੜੇ ਹੀ ਅੰਧ ਵਿਸ਼ਵਾਸ ਵਿੱਚ ਬੈਠੇ ਹਾਂ। ਇੱਥੋਂ ਤੱਕ ਕਿ ਅੰਧ ਵਿਸ਼ਵਾਸ ਤੇ ਤਰਕ ਦੀ ਜਿਹੜੀ ਇਹ ਲੜਾਈ ਆ ਇਹ ਚੱਲਦੀ ਰਹਿਣੀ ਆ। ਤਰਕ ਕਰਕੇ ਜਿਹੜਾ ਦਲੀਲ ਨਾਲ ਤੁਸੀਂ ਗੱਲ ਤਾਂ ਕਰੋ। ਔਰ ਹੁਣ ਜਿਹੜੀ ਕਿ ਇਸ ਸਮੇਂ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ, ਜੋ ਕੁਛ ਅੱਜ ਹੋ ਰਿਹਾ, ਉਹ ਦਿੱਕਤ ਵਾਲੀ ਗੱਲ ਇਹ ਹੈ ਕਿ
ਹੁਣ ਸਾਨੂੰ ਇਹਨਾਂ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠਣਾ ਚਾਹੀਦਾ, ਪਰ ਅਸੀਂ ਉੱਪਰ ਨਹੀਂ ਉੱਠ ਰਹੇ, ਲਗਾਤਾਰ ਇਹਨਾਂ ਦੇ ਵਿੱਚ ਡੁੱਬਦੇ ਜਾ ਰਹੇ ਹਾਂ। ਔਰ ਸਾਨੂੰ ਇਸ ਯੁੱਗ ਵਿੱਚ ਆ ਕੇ ਵੀ ਜੇ ਅਸੀਂ ਇਹਨਾਂ ਸਾਧ ਸਾਧੜਿਆਂ ਦੇ ਡੇਰਿਆਂ ਤੇ ਜਾਣਾ ਆ, ਜੇ ਅਸੀਂ ਉੱਥੇ ਜਾ ਕੇ ਹੀ ਸਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਹੀ ਹੈ ਇਹ, ਜਾਂ ਇਹ ਪ੍ਰਮਾਤਮਾ ਦਾ ਰੂਪ ਉਹਨਾਂ ਨੂੰ ਤੁਸੀਂ ਕਹਿੰਦੇ ਆ, ਉਹ ਤਾਂ ਖੁਦ ਤੁਹਾਡੇ ਵਰਗੇ ਬੰਦੇ ਆ ਯਾਰ, ਤੁਹਾਡੇ ਵਾਂਗੂ ਹੀ ਉਹ ਬੈਠੇ ਆ। ਉਹਨਾਂ ਨੂੰ ਕਈਆਂ ਨੂੰ ਤਾਂ ਜਿਹੜੀ ਸੀਗੀ ਪਹਿਲੀ ਪੀੜ੍ਹੀ ਨੇ ਚੱਲੀ, ਉਹਨਾਂ ਨੇ ਸ਼ੁਰੂ ਕੀਤੀ, ਉਹ ਅਗਲੇ ਨੂੰ ਧੀਆਂ ਪੁੱਤਾਂ ਨੂੰ ਫੜਾਤੀ, ਗਾਂਹ ਫੜਾਤੀ। ਕਿੰਨੇ ਡੇਰੇ ਆ ਜਿਨ੍ਹਾਂ ਦੇ ਗਾਂਹ ਦੀ ਗਾਂਹ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਆਪਦਾ ਟੱਬਰ ਹੀ ਬੈਠਾ ਆ ਉੱਥੇ। ਤੁਸੀਂ ਦੱਸੋ, ਗੁਰੂ ਸਾਹਿਬਾਂ ਦੇ ਨਾਲ ਦਾ ਪਹਿਲੀ ਗੱਲ ਮੁਕਾਬਲਾ ਹੀ ਨਹੀਂ ਇਹਨਾਂ ਦਾ ਹੋ ਸਕਦਾ। ਗੁਰੂ ਸਾਹਿਬਾਂ ਦੀ ਜਿਹੜੀ ਅਸੀਂ ਬਾਣੀ ਦੇ ਉੱਤੇ ਆਸਥਾ ਰੱਖ ਕੇ ਚੱਲਦੇ ਹੁੰਦੇ ਤਾਂ ਸਾਨੂੰ ਡੇਰਿਆਂ ਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀਗੀ। ਪਰ ਨਹੀਂ, ਅਸੀਂ ਬਾਜ਼ ਨਹੀਂ ਆ ਰਹੇ, ਸਾਡਾ ਦੇਸ਼ ਬਾਜ਼ ਨਹੀਂ ਆ ਰਿਹਾਗਾ। ਦੁਨੀਆ ਦੇ ਕਿਸੇ ਮੁਲਕ ਵਿੱਚ ਇਸ ਤਰ੍ਹਾਂ ਦੇ ਸਾਧ ਨਹੀਂ ਬੈਠੇ, ਇਹੋ ਜਿਹੇ ਖੌਤੀ ਸੰਤ, ਇਹੋ ਜਿਹੇ ਲੋਕ ਨਹੀਂ ਬੈਠੇ। ਔਰ ਭੇਡਾਂ ਵਾਂਗੂ ਲੋਕ ਜਿਹੜੇ ਮਗਰ ਜਾ ਲੱਗੇ ਆ, ਉਹੋ ਜਿਹੇ ਲੋਕ ਵੀ ਨਹੀਂ ਉੱਧਰ ਹੈਗੇ ਕਿ ਬਈ ਤੁਰ ਪੋ ਉੱਥੇ ਤੇ ਜੋ ਕੁਛ ਉਹ ਟੂਣੇ ਟੋੜ ਕੇ ਦੱਸਦੇ ਪਏ ਆ ਉਹ ਕਰੀ ਚੱਲੋ। ਹਜੇ ਵੀ ਨਹਿਰਾਂ ਦੇ ਵਿੱਚ ਇੰਨੇ ਟੂਣੇ ਟੋੜ ਕੇ ਕਰਕੇ ਪਾਇਆ ਜਾਂਦਾ, ਹਰੇ ਵੀ ਚੌਂਕ ਚੁਰਾਹੇ ਭਰੇ ਪੈਂਦੇ ਆ। ਤਾਂ ਅਖੀਰ ਦੇ ਉੱਤੇ ਗੱਲ ਇਹ ਆ ਕਿ ਮੈਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਵਾਂ, ਅਸੀਂ ਸੁਧਰਾਂਗੇ ਕਦੋਂ? ਸਾਨੂੰ ਕਦੋਂ ਅਕਲ ਆਊਗੀ? ਅਸੀਂ ਅੰਧ ਵਿਸ਼ਵਾਸਾਂ ਦੇ ਖਿਲਾਫ ਉੱਠ ਖੜਨ ਦੀ ਬਜਾਏ ਸਗੋਂ ਅੰਧ ਵਿਸ਼ਵਾਸਾਂ ਨੂੰ ਜਿਹੜਾ ਹੈ ਉਹ ਵਾਧਾ ਕਰਦੇ ਹਾਂ। ਅਤੇ ਉੱਤੋਂ ਹੁਣ ਸੋਸ਼ਲ ਮੀਡੀਆ ਉੱਤੇ ਵੀ ਇਹੋ ਜਿਹੇ ਬਹੁਤ ਸਾਰੇ ਪ੍ਰਚਾਰਕ ਬੈਠੇ ਆ ਜਿਹੜੇ ਉਹ ਕਹਿੰਦੇ ਜੀ ਇੱਧਰ ਨਹੀਂ ਸੌਣਾ ਚਾਹੀਦਾ, ਐ ਨੂੰ ਸੌਣਾ ਚਾਹੀਦਾ ਆ, ਨਾ ਜੀ ਆਹ ਇੱਥੇ ਆਹ ਫਲਾਨੀ ਚੀਜ਼ ਨਹੀਂ ਰੱਖਣੀ ਚਾਹੀਦੀ ਗੀ, ਇੱਥੇ ਸੀਸਾ ਨਹੀਂ ਲਾਉਣਾ ਚਾਹੀਦਾ ਗਾ, ਇੱਧਰ ਨੂੰ ਤੁਸੀਂ ਮੂੰਹ ਕਰਕੇ ਮੰਜਾ ਨਹੀਂ ਰੱਖਣਾ ਗਾ ਜੀ, ਇੱਧਰ ਪਾਣੀ ਵਾਲੀ ਚੀਜ਼ ਨਹੀਂ ਰੱਖਣੀ, ਸਰਾਣੇ ਪਾਣੀ ਰੱਖ ਕੇ ਨਹੀਂ ਪੀਣਾ। ਇਹ ਕੀ ਆ? ਇਹ ਕਿੱਥੋਂ ਆਈਆਂ ਚੀਜ਼ਾਂ? ਹੈਰਾਨੀ ਦੀ ਗੱਲ ਹੈ, ਇਹਨਾਂ ਚੀਜ਼ਾਂ 'ਤੇ ਕੁਛ ਵੀ ਵਿਸ਼ਵਾਸ ਨਾ ਕਰੋ। ਸੋਹਣੀ ਜ਼ਿੰਦਗੀ ਜਿਉਣੀ ਹੈ ਤਾਂ ਸਿਰਫ ਤੇ ਸਿਰਫ ਉਸ ਇੱਕ ਅਕਾਲ ਪੁਰਖ ਦੇ ਉੱਤੇ ਜਿਹੜੀ ਇਹ ਟੇਕ ਆਸਰਾ ਰੱਖ ਲਓ, ਤਾਂ ਹੀ ਜ਼ਿੰਦਗੀ ਤੁਹਾਡੀ ਸੋਹਣੀ ਹੋ ਸਕਦੀ ਹੈ। ਸੋ ਇਸ ਦੇ ਨਾਲ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1V TV।